ਮਨਮਤ ਕਰਮ। ਰਾਗ ਗੌੜੀ ਮਾਲਾ ਮਹੱਲਾ ਪੰਜਵਾਂ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ। ਜੋ ਲੋ ਹਉ ਕਿਛ ਸੋਚੋ ਚਿਤਮੋ, ਤਉ ਲੋ ਦੁਖਨ ਭਰੇ। ਜੋ ਕਿਰਪਾਲ ਗੁਰ ਪੂਰਾ ਭੇਟਿਆ, ਤਉ ਆਨੰਦ ਸਹਿਜੇ। ਜੇਤੀ ਸਿਆਣਪ ਕਰਮ ਹੋਂ ਕੀਏ, ਤੇਤੇ ਬੰਧ ਭਰੇ। ਜੋ ਸਾਧੂ ਕਰ ਮਸਤਕ ਧਰਿਓ, ਤਬ ਹਮ ਮੁਕਤ ਭਏ। ਜੋ ਲੋ ਮੇਰੋ ਮੇਰੋ ਕਰਤੋ, ਤੋ ਲੋ ਬਿਖ ਘੇਰੇ। ਮਨ ਤਨ ਬੁੱਧ ਅਰਪੀ ਠਾकुर ਕਉ, ਤਬ ਹਮ ਸਹਿਜ ਸੋਏ। ਜੋ ਲੋ ਪੋਟ ਉਠਾਈ ਚਲਿਓ, ਤਉ ਲੋ ਡਾਨ ਭਰੇ। ਪੋਟ ਡਾਰ ਗੁਰ ਪੂਰਾ ਮਿਲਿਆ, ਤਉ ਨਾਨਕ ਨਿਰਭਏ। ਵਿਆਖਿਆ। ਬਾਲਕਾਂ ਵਾਲੀ ਬੁੱਧੀ ਸਾਦਾ ਸੁਭਾਵ ਧਾਰਨ ਕੀਤਿਆਂ ਹੀ ਸੁਖੀ ਹੋਈਦਾ ਹੈ, ਪਰ ਇਹ ਬਾਲਕਾਂ ਦੀ ਬੁੱਧੀ ਵਾਲਾ ਸਾਦਾਪਨ ਤਦੇ ਹੀ ਧਾਰਨ ਹੁੰਦਾ ਹੈ ਅਤੇ ਸੁਤੇ ਹੀ ਧਾਰਨ ਹੋ ਜਾਂਦਾ ਹੈ ਜਦੋਂ ਸੱਚਾ ਗੁਰੂ ਧਾਰਨ ਕਰੀਦਾ ਹੈ, ਨਿਗੁਰਿਓਂ ਸੁਗੁਰੇ ਹੋਈਦਾ ਹੈ। ਸਤਿਗੁਰੂ ਦੀ ਸ਼ਰਨ ਪ੍ਰਾਪਤ ਕੀਤਿਆਂ ਬੁੱਧੀ ਕੁਬੁੱਧੀ, ਕੁਮੱਤਾਂ ਮਨਮੱਤਾਂ ਵਾਲੀ ਬੁੱਧੀ, ਸਿਆਣਫਾਂ ਚਤੁਰਾਈਆਂ ਵਾਲੀ ਬੁੱਧੀ ਪਲਟ ਕੇ ਸੁਬੁੱਧ ਸਾਦਾ ਲੋਹੀ ਬੁੱਧੀ, ਰਿੱਧੀ ਸਿੱਧੀ ਦੀਆਂ ਸਦ ਰਹਿਮਤਾਂ ਵਾਲੀ ਕਰਾਮਾਤੀ ਅਲੌਕਿਕ ਬੁੱਧੀ ਹੋ ਜਾਂਦੀ ਹੈ। ਸਤਿਗੁਰ ਸੁਪਲਟੀ, ਸਤਿਗੁਰੂ ਮਿਲਣ ਕਰ ਪਲਟਾ ਖਾ ਗਈ। ਗੁਰਮਤ ਸੰਜੀਵਨੀ ਬੁੱਧੀ ਵਿੱਚ ਸਿਆਣਪ ਚਤੁਰਾਈਆਂ, ਮਕਰ ਫਰੇਬ, ਦਗਾ ਕਪਟ, ਪਾਖੰਡ ਆਦਿਕ ਮਨਮਤੀ ਔਗਣ ਨਹੀਂ ਰਹਿੰਦੇ। ਸਧਾਰਨ ਬਾਲਕਾਂ ਵਾਲੀ ਦੁੱਧ ਧੋਤਮੀ ਬੁੱਧੀ ਹੋ ਜਾਂਦੀ ਹੈ। ਤਾਂ ਹੀ ਤੇ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ, ਪਰ ਮਨ ਦੀ ਮਤ ਨੂੰ ਤਿਆਗ ਕੇ ਗੁਰਮਤ ਮਤ ਵਿੱਚ ਲੀਨ ਹੋ ਕੇ ਹੁੰਦੀ ਹੈ। ਉਸ ਗੁਰ ਸੰਵਾਰੀ, ਗੁਰੂ ਸਾਧਾਰੀ, ਗੁਰ ਪਲਟਾਰੀ ਬੁੱਧੀ ਵਾਲੇ ਬਾਲਕ ਸਮਾਨ ਸਾਫ਼ ਸਿੱਧੇ ਪੱਧਰੇ ਗੁਰਮੁਖ ਜਨ ਦੇ ਚਿੱਤ ਵਿੱਚ ਮਨਮੁਖਾਂ ਮਨਮਤੀਆਂ ਵਾਂਗੂ ਉਹ ਪਿਆਲੀ ਉਤਾਰ ਚੜਾਓ ਨਹੀਂ ਰਹਿੰਦੇ, ਬਲਕਿ ਹਰਖ ਸੋਗ, ਖੁਸ਼ੀ ਤੇ ਗਮੀ, ਨਫਾ ਨੁਕਸਾਨ, ਹਾਣ ਲਾਭ, ਮਰਨਾ ਜੀਵਣਾ, ਦੁੱਖ ਸੁੱਖ ਆਦਿਕ ਸਭ ਕੁਝ ਇਕਸਾਰ ਸਮਾਨ ਬਰੋਬਰ ਹੀ ਜਾਪਦੇ ਹਨ। ਸੱਚਮੁੱਚ ਇਕਸਾਰ ਹੀ ਪ੍ਰਤੀਤ ਹੁੰਦੇ ਹਨ। ਲੰਮੀਆਂ ਸੋਚਾਂ, ਚਤੁਰਾਈਆਂ, ਸਿਆਣਪਾਂ, ਕਪਟ ਫਰੇਬੀ, ਚਾਲਾਂ ਕੁਚਾਲਾਂ, ਕਦੇ ਦੁਖੀ ਕਦੇ ਸੁਖੀ ਹੋਣਾ ਅਤੇ ਕਦੇ ਖੁਸ਼ੀ ਕਦੇ ਗਮਗੀਨ ਹੋਣਾ ਇਤਿਆਦ ਸਭ ਕੁਝ ਮਨ ਦੀ ਮਤ ਵਾਲੇ ਮਨਮਤੀਏ ਮਨਮੁਖ ਨੂੰ ਉਸ ਦੀ ਮਨਮਤ ਕਰਮ ਕਰਨੀ ਕਰ ਹਰਦਮ ਵਾਪਰਿਆ ਰਹਿੰਦਾ ਹੈ। ਜਦ ਤਾਈਂ ਤੇ ਜਿੰਨਾ ਚਿਰ ਮਨਮਤੀਆ ਪੁਰਸ਼ ਸੋਚਾਂ ਫਿਕਰਾਂ ਨਾਲ ਘਿਰਿਆ ਰਹਿੰਦਾ ਹੈ, ਤਦ ਤਾਈਂ ਅਤੇ ਉਤਨਾ ਚਿਰ ਉਹ ਦੁੱਖਾਂ ਨਾਲ ਭਰਿਆ ਰਹਿੰਦਾ ਹੈ। ਮਨਮਤ ਕਰਮਾਂ ਦੇ ਕੁਫੇਰ ਵਿੱਚ ਪੈਣ ਕਰਕੇ ਉਹ ਸੋਚਾਂ ਫਿਕਰਾਂ ਅੰਦੇਸ਼ਿਆਂ ਤੌਖਲਿਆਂ ਦਾ ਸ਼ਿਕਾਰ ਬਣਿਆ ਰਹਿਣ ਕਰਕੇ ਪੁੱਜ ਕੇ ਅਤੀ ਦੁਖੀ ਹੁੰਦਾ ਹੈ। ਇਹਨਾਂ ਦੁੱਖਾਂ ਤੋਂ ਨਿਰੋਲ ਖਲਾਸੀ ਅਤੇ ਅਡੋਲ ਨਿਸ਼ਚਿੰਤਤਾ ਮਈ ਆਤਮ ਆਨੰਦੀ ਦਸ਼ਾ ਉਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਉਹ ਕਿਰਪਾਲ ਸਤਿਗੁਰੂ ਨੂੰ ਭੇਟਦਾ ਹੈ। ਸਤਿਗੁਰੂ ਨੂੰ ਭੇਟੇ ਬਿਨਾਂ ਮਨ ਦੀਆਂ ਮੱਤਾਂ ਕੁਮੱਤਾਂ ਜਾਂਦੀਆਂ ਨਹੀਂ, ਮਨ ਅੰਦਰੋਂ ਨਿਕਲਦੀਆਂ ਨਹੀਂ। ਨਾ ਹੀ ਮਨਮਤ ਕਰਮਾਂ ਨੂੰ ਕਰਨੋਂ ਮਨਮਤੀਆ ਪੁਰਸ਼ ਹਟਦਾ ਹੈ, ਬਾਜ਼ ਨਹੀਂ ਆਉਂਦਾ। ਗੁਰਪੂਰਾ ਭੇਟੇ ਤੇ ਸਹਿਜ ਆਨੰਦ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਨਿਸ਼ਚੇ ਰਹੇ ਕਿ ਸਤਿਗੁਰੂ ਨਾਨਕ ਅਤੇ ਉਸ ਦੇ ਦਸੇ ਜਾਮੇ ਅਤੇ ਦਸੋ ਜਾਮਿਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਝੋਂ ਪੂਰਾ ਗੁਰੂ ਕੋਈ ਨਹੀਂ, ਨਾ ਹੈ, ਨਾ ਹੋਇਆ, ਨਾ ਹੋਵੇਗਾ। ਪੂਰੇ ਗੁਰੂ ਦੀ ਭੇਟਣਾ ਫੀ ਜ਼ਮਾਨਾ ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਪੰਜਾਂ ਪਿਆਰਿਆਂ ਗੁਰਮੁਖ ਜਨਾਂ ਦੁਆਰਾ ਅੰਮ੍ਰਿਤ ਛਕ ਕੇ ਸਿੰਘ ਸੱਜਣ ਅਤੇ ਗੁਰ ਦੀਖਿਆ ਪ੍ਰਾਪਤ ਕਰਨ ਨਾਲ ਹੁੰਦੀ ਹੈ। ਐਵੇਂ ਨਹੀਂ, ਕਦਾਚਿਤ ਨਹੀਂ। ਜਿੰਨੀ ਸਿਆਣਪ ਭਰੇ ਕਰਮ ਮਨ ਦੀ ਮਤ ਵਾਲੇ ਮਨਮਤੀਏ ਪੁਰਸ਼ ਕਰਦੇ ਹਨ, ਉਨੇ ਹੀ ਬੰਧਨ ਉਹਨਾਂ ਨੂੰ ਪੈਂਦੇ ਹਨ। ਇਹਨਾਂ ਬੰਧਨਾਂ ਤੋਂ ਬੰਦ ਖਲਾਸੀ ਮੁਕਤੀ ਤਦੋਂ ਹੀ ਹੁੰਦੀ ਹੈ ਜਦੋਂ ਸਦਾ ਹਾਜ਼ਰ ਨਾਜ਼ਰ ਸਤਿਗੁਰੂ ਪੰਜਾਂ ਪਿਆਰਿਆਂ ਦੇ ਸਾਧ ਸਰੂਪ ਵਿੱਚ ਅੰਮ੍ਰਿਤ ਛਕਣ ਸਮੇਂ ਉਹਨਾਂ ਦੇ ਮੱਥੇ ਤੇ ਹੱਥ ਧਰਦਾ ਹੈ। ਮਨਮਤੀ ਪੁਰਸ਼ ਦੀ ਮਨਮਤ ਤਤਕਾਲ ਹੀ ਦੂਰ ਹੋ ਜਾਂਦੀ ਹੈ। ਜਦੋਂ ਤਾਈਂ ਆਪਣੀ ਮਨ ਦੀ ਮਤ ਦੇ ਅਧੀਨ ਹੋ ਕੇ ਮਨਮਤੀਆ ਪੁਰਸ਼ ਮੇਰੀ ਮੇਰੀ ਕਰਦਾ ਹੈ, ਤਦ ਤਾਈਂ ਉਹ ਬਿਖ ਮਾਇਆ ਦੇ ਅਲਸੇਟੇ ਵਿੱਚ ਘਿਰਿਆ ਰਹਿੰਦਾ ਹੈ। ਜਦੋਂ ਸਤਿਗੁਰੂ ਦੇ ਬਣ ਕੇ ਸਤਿਗੁਰੂ ਦੇ ਪ੍ਰਤਾਪ ਨਾਲ ਮਨ ਤਨ ਮਨ ਦੀ ਮਤ ਬੁੱਧੀ ਵਾਹਿਗੁਰੂ ਨੂੰ ਅਰਪਣ ਕਰ ਦਿੱਤੀ, ਤਦ ਸਹਿਜ ਸ਼ਾਂਤੀ ਮਿਲੀ ਅਤੇ ਬੇਫਿਕਰੀ ਹੋਈ। ਜਦੋਂ ਤਾਈਂ ਪਾਪਾਂ ਪੁੰਨਾਂ ਦੀ ਪੋਟਲੀ ਪ੍ਰਕਿਰਤੀ ਪੂਰਤ ਕਰਮਾਂ ਦੀ ਮਾਇਕ ਗਠੜੀ ਚੁੱਕੀ ਫਿਰਦੇ ਰਹੇ,
ਤਦੋਂ ਤਾਈਂ ਧਰਮ ਰਾਏ ਡੰਨ ਜਮਦੂਤਾਂ ਦਾ ਠੇਂਗਾ ਸਿਰ ਤੇ ਸਹਿਣਾ ਪਿਆ ਅਤੇ ਡੰਨ ਦੇਣਾ ਹੀ ਪਿਆ। ਜਦੋਂ ਇਸ ਪੰਡ ਨੂੰ ਸਿਰੋਂ ਉਤਾਰ ਕੇ ਨਿਰੇ ਗੁਰੂ ਦੇ ਹੀ ਬਣ ਗਏ, ਤਦੋਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਿਰਭੈ ਦਸ਼ਾ ਹੋਈ। ਜਮਦੂਤਾਂ ਦੇ ਡੰਨ ਆਦਿਕ ਦਾ ਕੋਈ ਤੌਖਲਾ ਨਾ ਰਿਹਾ। ਮਨ ਦੀ ਮਤ ਤਿਆਗੀ ਤੋਂ ਅਤੇ ਸੱਚੀ ਗੁਰਮਤ ਧਾਰਨ ਕੀਤੀ ਤੇ ਪਾਪਾਂ ਮਾਇਆ ਸੰਤਾਪਾਂ ਦੇ ਭਾਰ ਤੋਂ ਹੌਲੇ ਹੋਏ। ਆਨਮਤ ਕਰਮ ਗੁਰਮਤ ਧਾਰੀ ਤੋਂ ਬਿਨਾਂ ਛੱਡੇ ਨਹੀਂ ਜਾਂਦੇ। ਸਾਰਾ ਜਗਤ ਮਨਮਤੀਆਂ ਤੇ ਮਨਮੁਖੀਆਂ ਦਾ ਸਤਿਗੁਰੂ ਬਾਝੋਂ ਦੁਖੀਆ ਹੋਏ ਰਿਹਾ ਹੈ। ਇਹ ਦੁੱਖ ਸੰਤਾਪ ਕਿਵੇਂ ਉਤਰੇ ਜਦ ਤਾਈਂ ਮਨਮਤ ਛੱਡ ਕੇ ਗੁਰਮਤ ਨਾ ਧਾਰਨ ਕੀਤੀ ਜਾਵੇ ਅਤੇ ਮਨਮਤ ਕਰਮ ਨਾ ਛੱਡੇ ਜਾਣ। ਗੌੜੀ ਮਾਲਾ ਮਹੱਲਾ ਪੰਜਵਾਂ। ਮੋਕੋ ਇਹ ਬਿਦ ਕੋ ਸਮਝਾਵੈ ਕਰਤਾ ਹੋਏ ਜਨਾਵੈ। ਰਹਾਓ ਅਣਜਾਨਤ ਕਿਛ ਇਨ੍ਹਾਂ ਕਮਾਨੋ ਜਬ ਤਬ ਕਛੂ ਨਾ ਸਾਧਾ। ਦਹਿ ਦਿਸ ਲੈ ਇਹੋ ਮਨ ਦੌਰਾਇਓ ਕਵਨ ਕਰਮ ਕਰ ਬਾਧਾ। ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ। ਭਰਮ ਮੋਹ ਕਛ ਸੂਝਸ ਨਾਹੀ ਇਹ ਪੈਖਰ ਪੈ ਪੈਰਾ। तब एहो कहाँ कमावन परया जब एहो कछु न होता। जब एक निरंजन निरंकार प्रभ सब किछ आपै करता। अपने करतब आपे जानै जिन एहो रचन रचाया। कहो नानक करण हार है आपे सतगुर भरम चुकाया। व्याख्या। ਇਹ ਜੀਵ ਪ੍ਰਾਣੀ ਆਪਣੇ ਮਨ ਦੀ ਮਤ ਮੜਿਆ ਹੋਇਆ ਹਰੇਕ ਕਰਮ ਦਾ ਕਰਤਾ ਧਰਤਾ ਆਪ ਹੀ ਆਪਣੇ ਆਪ ਨੂੰ ਜਣਾਉਂਦਾ ਹੈ ਕਿ ਮੈਂ ਖੁਦ ਹੀ ਹਰੇਕ ਕਰਮ ਦਾ ਕਰਨਹਾਰਾ ਹਾਂ। ਮੈਨੂੰ ਕਰਮ ਕਰਨ ਦੀ ਵਿਧੀ ਸਮਝਾਉਣ ਹਾਰਾ ਹੋਰ ਕੌਣ ਜੰਮਿਆ ਹੈ। ਏਦੂ ਵੱਡੀ ਹੋਰ ਕਿਹੜੀ ਅਹੰਗਮਤ ਹੋ ਸਕਦੀ ਹੈ। ਪਰ ਦਰਅਸਲ ਇਹ ਮਨਮਤੀ ਜੀਵ ਬਜ਼ਾਤੇ ਖੁਦ ਕਿਸੇ ਵੀ ਕਰਮ ਨੂੰ ਕਰਨ ਦੀ ਸਮਰੱਥਾ ਨਹੀਂ ਰੱਖਦਾ। ਇਸ ਨੂੰ ਸੂਝ-ਬੂਝ ਹੀ ਨਹੀਂ ਕਿ ਕਿਹੜੇ ਕਰਮ ਕਰਨਯੋਗ ਹਨ ਅਤੇ ਕਿਹੜੇ ਨਹੀਂ। ਜੇ ਇਤਨੀ ਛਾਣ-ਬੀਣ ਇਹ ਕਰ ਸਕੇ ਤਾਂ ਆਪਣੇ ਆਪ ਇਹ ਮੰਦ ਕਰਮ ਕਿਉਂ ਕਰੇ ਅਤੇ ਚੰਗੇ ਹੀ ਕਰੇ। ਇਸ ਨੂੰ ਮੰਦ ਚੰਗ ਦੀ ਕੁਝ ਪਛਾਣ ਹੀ ਨਹੀਂ। ਅਲਪਗ ਮਤੜੀ ਅਨੁਸਾਰ ਕਰਮ ਦੀ ਅਸਲੀਅਤ ਨੂੰ ਜਾਣੇ ਬਿਨਾਂ ਹੀ ਇਹ ਜੋ ਕੁਝ ਕਰਦਾ ਹੈ ਸੋ ਕਰਦਾ ਹੈ। ਜੋ ਕਰਮ ਕਮਾਉਂਦਾ ਹੈ ਸੋ ਕਰਮ ਦੀ ਤਹਿ ਵਿੱਚ ਪੁੱਜੇ ਬਿਨਾਂ ਕਮਾਉਂਦਾ ਹੈ। ਤਾਂ ਹੀ ਚੋਟਾਂ ਖਾਂਦਾ ਹੈ ਅਤੇ ਚੋਟਾਂ ਖਾਂਦੇ ਹੀ ਤੁਰਿਆ ਆਉਂਦਾ ਹੈ। ਜਨਮਾਂ ਜਨਮਾਂ ਤੋਂ ਹੀ ਕਰਮ ਬਸ ਹੋ ਕੇ ਚੋਟਾਂ ਖਾ ਰਿਹਾ ਹੈ। ਪਿਛਲੇ ਕਰਮ ਦੀ ਸਜ਼ਾ ਭੁਗਤਣੇ ਕੰਮ ਕਰਦਾ ਹੋਇਆ ਇਹ ਕਈ ਕੰਮ ਐਸੇ ਕਰਦਾ ਹੈ ਕਿ ਇਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਰਮ ਕਰਨੇ ਹਨ ਜਾਂ ਨਹੀਂ। ਪਰ ਅਵਸ਼ ਇਸ ਨੂੰ ਉਹ ਕਰਮ ਕਰਨੇ ਪੈਂਦੇ ਹਨ। ਪਿਛਲੇ ਜਨਮ ਦੇ ਸਜ਼ਾ ਭੁਗਤਾਊ ਕਰਮ ਤਾਂ ਅਵਸ਼ ਉਸ ਤੋਂ ਹੋਣੇ ਹੀ ਹੋਏ, ਚਾਹੇ ਚੰਗੇ ਚਾਹੇ ਮੰਦੇ। ਪਰ ਇਹਨੂੰ ਤਾਂ ਇਹ ਵੀ ਸੁਰਤ ਨਹੀਂ ਕਿ ਚੰਗੇ ਮੰਦੇ ਕਰਮ ਕਿਹੜੇ ਹੁੰਦੇ ਹਨ। ਪਰ ਜਿਹੜੇ ਵੀ ਇਹ ਕਰਮ ਕਰਦਾ ਹੈ ਉਸ ਵਿੱਚ ਆਪਣੀ ਮਤਸਰ ਜ਼ਰੂਰ ਘਸੇੜਦਾ ਹੈ। ਇਸ ਮਤਸਰ ਦੇ ਕਾਰਨ ਚੋਟਾਂ ਖਾਂਦਾ ਹੈ। ਇਸ ਨੂੰ ਤਾਂ ਜਪ ਤਪ ਆਦਿਕ ਕਰਮ ਸਾਧਨ ਦੀ ਸੂਝ ਹੀ ਨਹੀਂ। ਉਂਝ ਆਪਣੇ ਜਾਣੇ ਆਪਣੀ ਅਹੰਗਮਤ ਕਰ ਇਹਨਾਂ ਅਹੰਗਮਤੀ ਆਨਮਤ ਕਰਮਾਂ ਦਾ ਜਪ ਤਪ ਆਦਿਕ ਕਰਨਹਾਰਾ ਆਪਣੇ ਆਪ ਨੂੰ ਜਣਾਉਂਦਾ ਹੈ। ਜਿਤਨੇ ਵੀ ਕਰਮ ਕਰਦਾ ਹੈ ਮਨ ਦੀ ਮਤ ਅਹੰਗ ਮਤ ਦੇ ਬਫਾਸਰੇ ਕਰਦਾ ਹੈ। ਮਨ ਤਾਂ ਇਸ ਮਨਮਤੀ ਪੁਰਸ਼ ਦੇ ਕਾਬੂ ਵਿੱਚ ਇੱਕ ਛਿਨ ਮਾਤਰ ਵੀ ਨਹੀਂ ਰਹਿੰਦਾ। ਦਹਿ ਦਿਸ ਦੌੜਿਆ ਫਿਰਦਾ ਹੈ ਅਤੇ ਦਹਿ ਦਿਸ ਧਾਮਦਾ ਹੋਇਆ ਅਨੇਕ ਪ੍ਰਕਾਰੀ ਅਹੰਗਮਤ ਕਰਮ ਕਮਾਉਂਦਾ ਹੈ। ਇਹਨਾਂ ਅਹੰਗਮਤ ਕਰਮਾਂ ਕਰਕੇ ਇਹ ਬੰਧਨਾਂ ਵਿੱਚ ਪੈ ਜਾਂਦਾ ਹੈ। ਪਰ ਇਸ ਨੂੰ ਇਹ ਵੀ ਪਤਾ ਨਹੀਂ ਰਹਿੰਦਾ ਕਿ ਕਿਹੜੇ ਕਰਮ ਕਰਕੇ ਇਹ ਬੰਧਨ ਇਸ ਨੂੰ ਪਏ ਹਨ। ਇਹ ਸਾਰੇ ਕਰਮ ਹੀ ਬੰਧਨ ਪਾਉਣ ਹਾਰੇ ਹਨ। ਅਹੰਗਮਤੀ ਕਰਮ ਜੋ ਹੋਏ, ਮਨ ਦੀ ਮਤ ਅਨੁਸਾਰ ਕੀਤੇ ਕਰਮ ਜੋ ਹੋਏ। ਮਨ ਦੀ ਮੂੜਤਾ ਦੇ ਕਾਰਨ ਇਹ ਤਾਂ ਇਉਂ ਸਮਝੀ ਬੈਠਾ ਹੈ ਕਿ ਮੈਂ ਹੀ ਆਪਣੇ ਮਨ ਦਾ ਮਾਲਕ ਹਾਂ। ਮੈਂ ਸਾਰੀ ਧਨ ਧਰਤੀ ਦਾ ਠਾਕੁਰ ਹਾਂ ਜੋ ਮੇਰੇ ਕਬਜ਼ੇ ਵਿੱਚ ਆਈ ਹੈ। ਮਨ ਤਨ ਧਨ ਤੇ ਧਰਤੀ ਦਾ ਮਾਲਕ ਆਪਣੇ ਆਪ ਨੂੰ ਮੰਨ ਕੇ ਇਉਂ ਆਖਦਾ ਹੈ ਕਿ ਮੈਂ ਇਸ ਸਾਰੀ ਮਿਲਕ ਸਮੱਗਰੀ ਦਾ ਮਾਲਕ ਹਾਂ ਅਤੇ ਇਹ ਸਭ ਕੁਝ ਮੇਰਾ ਹੈ। ਭਰਮ ਮੋਹ ਮਮਤਾ ਦੇ ਕਾਰਨ ਉਸ ਨੂੰ ਸੁਝਦਾ ਕੁਝ ਨਹੀਂ। ਮਤਸਰ ਹੀ ਮਤਸਰ ਇਸ ਦੇ ਪੱਲੇ ਰਹਿ ਜਾਂਦੀ ਹੈ। ਇਸੇ ਮਤਸਰ ਦੇ ਪੈਖੜ ਇਸ ਦੇ ਮਨਮਤੀ ਮਨ ਦੇ ਪੈਰਾਂ ਵਿੱਚ ਪਏ ਹੋਏ ਹਨ ਅਤੇ ਪਏ ਹੀ ਰਹਿੰਦੇ ਹਨ, ਜਿਨ੍ਹਾਂ ਦਾ ਜਕੜਿਆ ਹੋਇਆ ਇਹ ਹੋਰ ਕਿਸੇ ਪਾਸੇ ਹਿਲ ਨਹੀਂ ਸਕਦਾ। ਜਦੋਂ ਇਸ ਦੀ ਹਸਤੀ ਹੀ ਕੁਝ ਨਹੀਂ ਸੀ ਤਦੋਂ ਇਹਨਾਂ ਕਰਮਾਂ ਦਾ ਕਮਾਵਣਹਾਰਾ ਕੌਣ ਸੀ, ਜਿਨ੍ਹਾਂ ਦਾ ਕਮਾਊ ਹੁਣ ਇਹ ਆਪਣੇ ਆਪ ਨੂੰ
ਆਪਣੀ ਮਤਸਰ ਕਰ ਸਦਾਉਂਦਾ ਹੈ। ਇਹ ਤਾਂ ਇਸ ਨੂੰ ਪਤਾ ਨਹੀਂ ਕਿ ਇਹ ਤਾਂ ਗਲ ਪਏ ਕਰਮ ਕਮਾਉਂਦਾ ਹੈ ਜੋ ਇਸ ਨੂੰ ਅਵਸ਼ ਕਰਨੇ ਬਣਦੇ ਹਨ, ਚਾਹੇ ਜਾਣੇ ਚਾਹੇ ਅਣਜਾਣੇ। ਆਪੇ ਇਹ ਕਰਮਾਂ ਦਾ ਕਰਤਾ ਹਰਤਾ ਧਿੰਗਾਣੇ ਹੀ ਆਪ ਬਣਿਆ ਫਿਰਦਾ ਹੈ। ਇੱਕੋ ਨਿਰੰਜਨ ਨਿਰੰਕਾਰ ਕਰਮ ਵਿਧਾਤਾ ਕਰਤਾ ਪੁਰਖ ਸਭ ਕਰਮਾਂ ਦਾ ਤਤ ਮੂਲ ਕਾਰਨ ਹੈ। ਜਿਸ ਕਰਤੇ ਪੁਰਖ ਕਰਤਾਰ ਨੇ ਇਸ ਰਚਨਾ ਨੂੰ ਸਾਜਿਆ ਹੈ, ਉਹ ਆਪਣੇ ਕੰਮਾਂ ਨੂੰ ਆਪ ਹੀ ਜਾਣਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਰਤਾ ਪੁਰਖ ਵਾਹਿਗੁਰੂ ਆਪ ਹੀ ਸਭ ਕੁਝ ਕਰਨ ਵਾਲਾ ਹੈ। ਇਉਂ ਸਮਝਾ ਕੇ ਸਤਿਗੁਰੂ ਨੇ ਭਰਮ ਦੂਰ ਕਰ ਦਿੱਤਾ ਹੈ। ਗੌੜੀ ਮਾਲਾ ਮਹੱਲਾ ਪੰਜਵਾਂ। ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ ਰਹਾਓ। ਬਰਤ ਨੇਮ ਸੰਜਮ ਮੈਂ ਰਹਿਤਾ, ਤਿਨ ਕਾ ਆੜ ਨ ਪਾਇਆ, ਆਗੈ ਚੱਲਣ ਔਰ ਹੈ ਭਾਈ, ਊਹਾਂ ਕਾਮ ਨ ਆਇਆ। ਤੀਰਥ ਨਾਏ ਅਰ ਧਰਨੀ ਭ੍ਰਮਤਾ, ਆਗੈ ਠੌਰ ਨ ਪਾਵੈ, ਊਹਾਂ ਕਾਮ ਨ ਆਵੈ ਏ ਬਿਦ, ਉਹ ਲੋਗਨ ਹੀ ਪਤਿਆਵੈ। ਚਤੁਰਬੇਦ ਮੁਖ ਬਚਨੀ ਉਚਰੈ, ਆਗੈ ਮਹਿਲ ਨ ਪਾਈਐ, ਬੂਝੈ ਨਾਹੀ ਏਕ ਸੁਧਾਖਰ, ਉਹ ਸਗਲੀ ਝਾਕ ਚਖਾਈਐ। ਨਾਨਕ ਕਹਿ ਤੋ ਇਹੋ ਵਿਚਾਰਾ, ਜੇ ਕਮਾਵੈ ਸੋ ਪਾਰ ਗਰਾਮੀ, ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਵਿਆਖਿਆ। ਵਾਹਿਗੁਰੂ ਦੇ ਭਜਨ ਬਿਨ ਹੋਰ ਸਾਰੇ ਕਰਮ ਨਿਕੰਮੇ ਹਨ। ਇਹ ਜੋ ਜਪ ਤਪ ਸੰਜਮ ਆਦਿਕ ਕਰਮ ਮਨ ਨੂੰ ਵਿਸ਼ਿਆਂ ਤੋਂ ਰੋਕਣ ਦੇ ਸਾਧਨ ਸਮਝ ਕੇ ਕੀਤੇ ਜਾਂਦੇ ਹਨ, ਇਹ ਸਾਰੇ ਕਰਮ ਉਰੇ ਉਰੇ ਹੀ ਖੁਸਮੁਸ ਜਾਂਦੇ ਹਨ। ਇਹਨਾਂ ਕਰਮਾਂ ਦੇ ਕਰਨਹਾਰੇ ਇਹਨਾਂ ਕਰਮਾਂ ਕਰਕੇ ਰੱਬ ਤਾਈਂ ਪਹੁੰਚਣਾ ਹੀ ਨਹੀਂ ਪਾਉਂਦੇ। ਆਪਣੀ ਮਨਮਤ ਕਰਕੇ ਮਨਮਤੀਏ ਪੁਰਸ਼ ਬਰਤ ਨੇਮ ਆਦਿਕ ਆਨਮਤ ਕਰਮਾਂ ਦੇ ਬਥੇਰੇ ਯਤਨ ਸੰਜਮ ਕਰਦੇ ਹਨ, ਪਰ ਉੱਥੇ ਅਗਲੀ ਦਰਗਾਹ ਵਿੱਚ ਇਹਨਾਂ ਕਰਮਾਂ ਦੇ ਯਤਨਾਂ ਦਾ ਕੌਡੀ ਮੁੱਲ ਵੀ ਨਹੀਂ ਪੈਂਦਾ। ਨਾ ਕਿਸੇ ਨੇ ਅੱਜ ਤਾਈਂ ਪਾਇਆ ਹੈ, ਨਾ ਅੱਗੇ ਨੂੰ ਪਾ ਸਕੇਗਾ। ਇਹ ਜਪ ਤਪ ਆਦਿਕ ਕਰਮ ਇਸ ਲੋਕ ਵਿੱਚ ਭਾਵੇਂ ਲੋਕਾਂ ਭਾਣੇ ਸਲਾਹੇ ਵਡਿਆਏ ਇਜ਼ਤਾਏ ਜਾਣ, ਪਰ ਅੱਗੇ ਪਰਲੋਕ ਵਿੱਚ ਇਹਨਾਂ ਕਰਮਾਂ ਦੀ ਕੱਖ ਵੀ ਕਦਰ ਨਹੀਂ ਪੈਂਦੀ। ਉੱਥੇ ਦਾ ਵਰਤਾਰਾ ਚੱਲਣ ਆਚਾਰਾ ਹੀ ਹੋਰ ਹੈ। ਉੱਥੇ ਕਰਮ ਕਾਂਡ ਦੀ ਕੁਝ ਪੇਸ਼ ਨਹੀਂ ਜਾਂਦੀ। ਉੱਥੇ ਕਰਮ ਸੁਕਰਮੀ ਸਿਫਤ ਸਲਾਹੀ ਸਿੱਕੇ ਦੀ ਹੀ ਪ੍ਰਧਾਨਤਾ ਹੈ। ਉੱਥੇ ਇਹਨਾਂ ਕਰਮਾਂ ਦਾ ਤਸੂ ਮਾਤਰ ਫਲ ਨਹੀਂ ਮਿਲਦਾ। ਤਾਂ ਤੇ ਇਹਨਾਂ ਕਰਮਾਂ ਵਿੱਚੋਂ ਕੋਈ ਕਰਮ ਵੀ ਉੱਥੇ ਕੰਮ ਨਾ ਆਇਆ, ਨਾ ਹੀ ਆਉਂਦਾ ਹੈ, ਨਾ ਆਵੇਗਾ। ਆਨਮਤ ਤੀਰਥਾਂ ਤੇ ਨਹਾਉਣ ਵਾਲੇ ਅਤੇ ਆਪਣੇ ਮਨ ਦੀ ਮਤ ਅਨੁਸਾਰ ਭੇਖੀ ਸਾਧ ਬਣ ਕੇ ਥਾਂ ਥਾਈਂ ਧਰਤੀ ਉੱਤੇ ਫਿਰਨ ਭ੍ਰਮਣ ਵਾਲੇ ਮਨਮਤੀਏ ਨੂੰ ਅੱਗੇ ਚੱਲ ਕੇ ਦਰਗਾਹ ਵਿੱਚ ਠੌਰ ਟਿਕਾਣੇ ਵਾਲੀ ਥਾਂ ਨਹੀਂ ਮਿਲਦੀ। ਊਹਾਂ ਅਗਲੀ ਦਰਗਾਹ ਵਿੱਚ ਉੱਪਰ ਦੱਸੇ ਆਨਮਤ ਕਰਮ ਧਰਮ ਕਿਸੇ ਵਿਧੀ ਮਨ ਦੀ ਮਤੀ ਅਨੁਸਾਰ ਕੀਤੇ ਕੰਮ ਨਹੀਂ ਆਉਂਦੇ। ਅਜਿਹੇ ਮਨਮਤੀ ਕਰਮ ਕਰਨ ਵਾਲਾ ਇਸ ਦੁਨੀਆ ਦੇ ਲੋਕਾਂ ਨੂੰ ਪਤਿਆਉਣ ਖਾਤਰ ਹੀ ਇਹ ਕਰਮ ਕਰਦਾ ਹੈ, ਜੋ ਅੱਗੇ ਜਾ ਕੇ ਕਬੂਲ ਨਹੀਂ ਪੈਂਦੇ, ਧਰੇ ਦੇ ਧਰੇ ਰਹਿ ਜਾਂਦੇ ਹਨ। ਚਾਹੇ ਚਾਰ ਬੇਦ ਮੂੰਹ ਜ਼ਬਾਨੀ ਕੋਈ ਮਨਮਤੀਆ ਬੇਦਾਚਾਰੀ ਪੰਡਿਤ ਘੋਖ ਕੇ ਉਚਰਦਾ ਫਿਰੇ, ਚੌਵਾਂ ਬੇਦਾਂ ਦਾ ਬੇਤਾ ਵਿਖਿਆਤਾ ਗਿਆਤਾ ਹੋ ਕੇ ਵੀ ਉਸ ਨੂੰ ਸੱਚ ਦਰਗਾਹੀ ਸੱਚ ਦਰਬਾਰੀ ਮਹਿਲ ਨਹੀਂ ਪ੍ਰਾਪਤ ਹੁੰਦਾ। ਉਕਤ ਕਰਮਾਂ ਦੁਆਰਾ ਉਸ ਨੂੰ ਕੁਝ ਨਹੀਂ ਲੱਭਦਾ, ਚਾਹੇ ਸਾਰੀ ਉਮਰ ਝੱਖਾਂ ਮਾਰਦਾ ਰਹੇ ਅਤੇ ਖਪਦਾ ਰਹੇ ਅਤੇ ਸਾਰੀਆਂ ਟੱਕਰਾਂ ਮਾਰਦਾ ਰਹੇ। ਗੁਰੂ ਸਾਹਿਬ ਇਹ ਸਿੱਟੇ ਦੀ ਸਿਧਾਂਤਕ ਵਿਚਾਰ ਸੁਭਾਖਦੇ ਹਨ, ਜੋ ਇਸ ਨੂੰ ਕਮਾਵੇਗਾ, ਜੋ ਇਸ ਸਿਧਾਂਤ ਉੱਤੇ ਅਮਲ ਕਰੇਗਾ, ਸੋਈ ਪਾਰ ਗ੍ਰਾਮੀ ਹੋਵੇਗਾ, ਇਸ ਭਵਜਲ ਤੋਂ ਪਾਰ ਪਵੇਗਾ। ਉਹ ਕਿਹੜੀ ਤਤ ਵਿਚਾਰ ਹੈ? ਇਹ ਹੈ ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਗੁਰੂ ਨੂੰ ਸੇਵੋ ਅਰਥਾਤ ਗੁਰੂ ਦੇ ਸੇਵਕ ਸਿੱਖ ਬਣੋ ਅਤੇ ਸੇਵਕ ਸਿੱਖ ਬਣ ਕੇ ਨਾਮ ਗੁਰ ਮੰਤਰ ਦੀ ਅਭਿਆਸ ਕਮਾਈ ਕਰੋ। ਨਾਮ ਧਿਆਵੋ ਅਤੇ ਮਨ ਤੋਂ ਸਗਲ ਅਹੰਕਾਰ ਗੁਮਾਨ ਤਿਆਗ ਦੇਵੋ। ਮਨਮਤੀਏ ਨਾ ਬਣੋ। ਮਨ ਦੀ ਮਤ ਹੀ ਹੰਕਾਰ ਦਾ ਮੂਲ ਹੈ। ਮਨਮਤ ਦੇ ਕਰਮ ਕੀਤਿਆਂ ਅਹੰਕਾਰ ਹੀ ਵੱਧਦਾ ਹੈ, ਹੋਰ ਕੁਝ ਨਹੀਂ ਬਣਦਾ। ਯਥਾ ਗੁਰਵਾਕ ਕਰਮ ਕਰਤ ਬੱਧੇ ਅਹੰਗਮੇਵ। ਗੌੜੀ ਕਬੀਰ ਜੀ। ਜੇਤੇ ਜਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਅਹੰਗ ਬੁੱਧ ਮਨ ਜਾਰਿਓ ਰੇ। ਸਾਸ ਗ੍ਰਾਸ ਕੋ ਦਾਤੋ ਠਾਕੁਰ, ਸੋ ਕਿਉ ਮਨੋ ਬਿਸਾਰਿਓ ਰੇ। ਹੀਰਾ ਲਾਲ ਅਮੋਲ ਜਨਮ ਹੈ,
ਕੌਡੀ ਬਦਲੈ ਹਾਰਿਓ ਰੇ। ਰਹਾਓ। ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹਿ ਵਿਚਾਰਿਓ ਰੇ। ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨ ਧਾਰਿਓ ਰੇ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਿਕਾਰਿਓ ਰੇ। ਕਰਮ ਭਾਗ ਸੰਤਨ ਸੰਗਾਨੇ, ਕਾਸ਼ਟ ਲੋ ਉਧਾਰਿਓ ਰੇ। ਤਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਗੌੜੀ ਕਬੀਰ ਜੀ। ਨਾਮ ਨੂੰ ਵਿਸਾਰ ਕੇ ਅਤੇ ਮਨ ਦੇ ਅਹੰਗ ਮਤ ਦੇ ਅਧੀਨ ਹੋ ਕੇ ਜਿਤਨੇ ਵੀ ਮਨਮਤ ਕਰਮਾਂ ਦੇ ਕਰਨ ਦੇ ਯਤਨ ਕੀਤੇ ਜਾਂਦੇ ਹਨ, ਉਹ ਭਵ ਸਾਗਰ ਵਿੱਚ ਡੁਬੋ ਲੈ ਜਾਣ ਵਾਲੇ ਹਨ, ਤਾਰਨ ਵਾਲੇ ਨਹੀਂ। ਸੰਸਾਰ ਸਾਗਰ ਤੋਂ ਪਾਰ ਉਤਾਰਨ ਹਾਰੇ ਨਹੀਂ। ਜਨਮ ਮਰਨ ਵਾਲੇ 84 ਦੇ ਗੇੜ ਵਿੱਚ ਪਾਉਣ ਵਾਲੇ ਹਨ। ਬਹੁਤ ਕਰਮ ਧਰਮ ਸੰਜਮ ਆਣ ਮਤਾਂ ਦੇ ਆਪਣੀ ਮਨ ਦੀ ਮਤ ਨਾਲ ਕੀਤੇ ਸਗੋਂ ਹੋਰ ਅਹੰਗ ਬੁੱਧ ਵਧਾਉਂਦੇ ਹਨ, ਹੰਕਾਰ ਨੂੰ ਪੱਠੇ ਪਾਉਂਦੇ ਹਨ। ਅਹੰਕਾਰ ਵਾਲੀ ਬੁੱਧੀ ਅਤੇ ਅਹੰਗ ਬੁੱਧ ਮਤੀ ਹੰਕਾਰ ਨਾਲ ਜਲੇ ਸੜੇ ਹੋਏ ਮਨ ਨੂੰ ਹੋਰ ਵੀ ਸਾੜ ਦਿੰਦੀ ਹੈ। ਹੰਕਾਰ ਕਰਕੇ ਜਲੇ ਸੜੇ ਮਨ ਵਾਲੇ ਅਹੰਗਮਤੀ ਉਸ ਪ੍ਰਤਪਾਲਨ ਹਾਰੇ ਠਾਕੁਰ ਨੂੰ ਉੱਕਾ ਹੀ ਮਨੋਂ ਵਿਸਾਰ ਦਿੰਦੇ ਹਨ, ਜੋ ਸਭ ਦੇ ਸਾਸਾਂ ਗ੍ਰਾਸਾਂ ਦਾ ਦਾਤਾ ਹੈ। ਉਸ ਦੇ ਦਿੱਤੇ ਹੋਏ ਹੀ ਸਾਸ ਹਨ, ਉਸ ਦੇ ਦਿੱਤੇ ਹੋਏ ਹੀ ਆਹਾਰ ਭੋਜਨ ਗ੍ਰਾਸ ਹਨ। ਪਰੰਤੂ ਆਪਣੀ ਅਹੰਗ ਬੁੱਧ ਦੇ ਪੁਚਲਾਏ ਹੋਏ ਮਨ ਮਤਸਰੀ ਹੰਕਾਰੀ ਪੁਰਸ਼ ਇਸ ਦਾਤ ਦਾਤਾਰੀ ਬਾਤ ਨੂੰ ਸਮਝਦੇ ਹੀ ਨਹੀਂ, ਦਾਤੇ ਨੂੰ ਜਾਣਦੇ ਹੀ ਨਹੀਂ। ਉਸ ਨੂੰ ਸਿਮਰਨਾ ਤਾਂ ਕੀ ਸੀ, ਉਸ ਵੱਲ ਉੱਕੀ ਰੁਚੀ ਹੀ ਨਹੀਂ ਕਰਦੇ, ਜਿਸ ਦਾ ਨਤੀਜਾ ਇਹ ਹੈ ਕਿ ਆਪਣੇ ਮਨੁੱਖਾ ਜਨਮ ਨੂੰ, ਜੋ ਹੀਰੇ ਤੇ ਲਾਲਾਂ ਤੋਂ ਵੀ ਅਮੋਲਕ ਹੈ, ਐਵੇਂ ਭੰਗ ਦੇ ਭਾੜੇ ਕੌਡੀ ਬਦਲੇ ਹੀ ਗਵਾ ਦਿੰਦੇ ਹਨ। ਜਿਨ੍ਹਾਂ ਕੰਮਾਂ ਅਤੇ ਕਰਮਾਂ ਵਿੱਚ ਲੱਗ ਕੇ ਗਵਾਉਂਦੇ ਹਨ, ਉਹ ਕੌਡੀ ਦੀ ਕੀਮਤ ਦੇ ਨਹੀਂ ਹੁੰਦੇ। ਧਨ ਜੋੜਨ ਦੀ ਤ੍ਰਿਸ਼ਨਾ, ਰਸਾਂ ਕਸਾਂ ਦੇ ਪੁੰਚਣ ਦੀ ਪਿਆਸ ਤ੍ਰਿਖਾ ਅਤੇ ਭੋਗਾਂ ਦੇ ਭੋਗਣ ਦੀ ਭੁੱਖ ਐਵੇਂ ਭਰਮ ਕੇ ਹੀ ਉਹਨਾਂ ਨੂੰ ਲੱਗੀ ਹੋਈ ਹੈ ਅਤੇ ਲੱਗੀ ਰਹਿੰਦੀ ਹੈ। ਇਸ ਗੱਲ ਨੂੰ ਉਹਨਾਂ ਨੇ ਕਦੇ ਹਿਰਦੇ ਵਿੱਚ ਗੌ ਕੇ ਵਿਚਾਰਿਆ ਹੀ ਨਹੀਂ। ਐਵੇਂ ਪਰਛਾਵੇਂ ਪਿੱਛੇ ਹੀ ਭਰਮ ਦੇ ਮਾਰੇ ਭੱਜੇ ਫਿਰਦੇ ਹਨ। ਹਿਰਦੇ ਅੰਦਰ ਜੋ ਤ੍ਰਿਸ਼ਨਾ ਤ੍ਰਿਖਾ ਦੀ ਖੋਹ ਲੱਗੀ ਹੋਈ ਹੁੰਦੀ ਹੈ, ਉਹ ਖੋਹ ਮਾਇਕ ਪਦਾਰਥਾਂ ਨੂੰ ਭੁੰਚਿਆਂ ਛਿਨ ਮਾਤਰ ਲਈ, ਛਿਨ ਭੰਗਰੇ ਚਿਰ ਲਈ ਤਾਂ ਮਿਟ ਜਾਂਦੀ ਹੈ, ਫਿਰ ਉਵੇਂ ਕਿਵੇਂ ਹੀ ਉਹੀ ਖੋਹ ਪੈਣ ਲੱਗ ਜਾਂਦੀ ਹੈ। ਸਾਰੀ ਉਮਰ ਭੋਜਨ ਭੁੰਚਿਆਂ ਅਤੇ ਰਸਾਂ ਕਸਾਂ ਨੂੰ ਖਾਂਦਿਆਂ ਪੀਂਦਿਆਂ ਅਤੇ ਭੋਗਾਂ ਨੂੰ ਭੋਗਦਿਆਂ ਵਿਹਾ ਗਈ, ਪਰ ਇਹ ਖੋਹ ਨਾ ਮਿਟੀ। ਇਹ ਕਦੇ ਨਾ ਵਿਚਾਰਿਆ ਕਿ ਇਹ ਖੋਹ ਕਿਉਂ ਨਹੀਂ ਮਿਟਦੀ। ਜੇ ਨਹੀਂ ਮਿਟਦੀ ਤਾਂ ਜੋ ਯਤਨ ਇਸ ਖੋਹ ਦੇ ਮਿਟਾਉਣ ਲਈ ਕੀਤੇ ਜਾਂਦੇ ਹਨ, ਸਭ ਨਿਸ਼ਫਲ ਹਨ ਅਤੇ ਉਹ ਪਦਾਰਥ ਵੀ ਅਨਿਤ ਹਨ। ਹਕੀਕਤ ਵਿੱਚ ਇਹ ਕੁਦਰਤੀ ਖੋਹ ਨਾਮ ਦੀ ਹੈ। ਨਾਮ ਨੂੰ ਤਾਂ ਜੁਟਦੇ ਨਹੀਂ ਅਤੇ ਪੁੰਚਦੇ ਨਹੀਂ। ਹੋਰ ਅਫਰੂ ਦਫਰੂ ਪਦਾਰਥਾਂ ਦੇ ਭੋਗਣ ਪੁੰਚਣ ਹਿੱਤ ਖੀਨ ਖਰਾਬ ਹੁੰਦੇ ਫਿਰਦੇ ਹਨ ਅਤੇ ਉਹਨਾਂ ਪਦਾਰਥਾਂ ਨੂੰ ਇਕੱਠਾ ਕਰਨ ਦੇ ਯਤਨ ਵਿੱਚ ਨਿਹਫਲ ਕਰਮ ਕਰਦੇ ਹਨ ਅਤੇ ਕਰ ਕਰ ਖੱਜਲ ਹੁੰਦੇ ਹਨ। ਉਹਨਾਂ ਦੀ ਮਨ ਦੀ ਮਤ ਨੇ ਉਹਨਾਂ ਨੂੰ ਇਹੀ ਮਤਸਰਾ ਛੱਡਿਆ ਹੈ ਕਿ ਮਨੁੱਖਾ ਜਨਮ ਇਹਨਾਂ ਅਨਸਥਿਰ ਪਦਾਰਥਾਂ ਲਈ ਹੀ ਮਿਲਿਆ ਹੈ। ਉਹਨਾਂ ਦੀ ਅਲਪੱਗ ਮਤ ਬੁੱਧੀ ਦ੍ਰਿਸ਼ਟਮਾਨ ਪਦਾਰਥਾਂ ਨੂੰ ਹੀ ਅਸਥਿਰ ਸਮਝਦੀ ਹੈ ਅਤੇ ਸੱਚ ਕਰਕੇ ਜਾਣਦੀ ਹੈ। ਅਦ੍ਰਿਸ਼ਟ ਪਦਾਰਥ ਵੱਲ ਉਹਨਾਂ ਦੀ ਕਿਵੇਂ ਰੁਚੀ ਆਵੇ? ਮਨਮਤ ਨੂੰ ਛੱਡਣ ਤੇ ਗੁਰਮਤ ਗ੍ਰਹਿਣ ਕਰਨ ਤਾਂ ਸੁਮਤੀ ਆਵੇ। ਅਦ੍ਰਿਸ਼ਟ ਪਦਾਰਥ ਨਾਮ ਨੂੰ ਗ੍ਰਹਿਣ ਕਰਨ ਲਈ ਉਹਨਾਂ ਦੀ ਅਹੰਗ ਬੁੱਧ ਅਤੇ ਮਨ ਦੀ ਮਤ ਇਸ ਪਦਾਰਥ ਦੇ ਪਾਸੇ ਵੱਲ ਪੈਂਦੀ ਹੀ ਨਹੀਂ। ਮਾਨ ਹੰਕਾਰ ਦੇ ਪਾਗਲਪੁਣੇ ਵਿੱਚ ਗੁੰਮਰਾਹ ਹੋਇਆਂ ਨੇ ਗੁਰਾਂ ਦੇ ਉਪਦੇਸ਼ ਨੂੰ, ਗੁਰ ਦੀਖਿਆ ਨੂੰ ਕਦੇ ਹਿਰਦੇ ਵਿੱਚ ਨਹੀਂ ਧਾਰਿਆ। ਸੁਆਦਾਂ ਵਿੱਚ ਲੁਭਾਏਮਾਨ ਹੋਏ ਜੀਵਾਂ ਨੂੰ ਇੰਦਰੀ ਨੇ ਵਿਸ਼ੇ ਰਸਾਂ ਵੱਲ ਪ੍ਰੇਰ ਕੇ ਖਚਤ ਕਰ ਛੱਡਿਆ ਹੈ। ਇਸ ਕਰਕੇ ਉਹ ਵਿਕਾਰਾਂ ਦੇ ਮਦ ਵਿੱਚ ਮੱਤੇ ਹੋਏ ਹਰ ਦਮ ਮਦਹੋਸ਼ ਹੀ ਰਹਿੰਦੇ ਹਨ। ਉਹਨਾਂ ਨੂੰ ਪਰਮਾਰਥ ਦੇ ਪਾਸੇ ਵੱਲ ਪਰਤਣ ਦੀ ਹੋਸ਼ ਹੀ ਨਹੀਂ ਆਉਂਦੀ। ਜਿਨ੍ਹਾਂ ਦੇ ਭਾਗਾਂ ਵਿੱਚ ਸ੍ਰੇਸ਼ਟ ਕਰਮ ਲਿਖੇ ਹਨ, ਉਹ ਖੋਟੇ ਕਰਮਾਂ ਤੋਂ ਹਟ ਕੇ ਗੁਰੂ ਘਰ ਦੇ ਸੰਤ ਜਨਾਂ ਦੀ ਸੰਗਤ ਵਿੱਚ ਆਉਂਦੇ ਹਨ ਅਤੇ ਗੁਰਮੁਖਾਂ ਸੰਤ ਜਨਾਂ ਦੀ ਸੰਗਤ ਕਰਕੇ ਸੁਖੈਨ ਹੀ ਇਉਂ ਤਰ ਜਾਂਦੇ ਹਨ ਜਿਵੇਂ ਕਾਠ ਨਾਲ ਲੋਹਾ ਤਰ ਜਾਂਦਾ ਹੈ। ਜੂਨੀਆਂ ਵਿੱਚ ਧਾਮਦਿਆਂ ਅਤੇ ਜਨਮਾਂ ਵਿੱਚ ਭਰਮਦਿਆਂ ਥੱਕ ਕੇ ਹਾਰਿਆਂ ਅਤੇ ਦੁੱਖ ਪਾਉਂਦਿਆਂ ਜੇ ਭਾਗਾਂ ਕਰਕੇ ਸੱਚੇ ਸਤਿਗੁਰੂ ਦੀ ਸ਼ਰਨ
ਅਤੇ ਸੰਗਤ ਪ੍ਰਾਪਤ ਹੋ ਜਾਵੇ ਤਾਂ ਸਤਿਗੁਰੂ ਨੂੰ ਭੇਟਣ ਕਰਕੇ ਅਤੇ ਗੁਰੂ ਘਰ ਦੀ ਸੰਗਤ ਨੂੰ ਮਿਲਣ ਕਰਕੇ ਉਸ ਦਾ ਨਿਸਤਾਰਾ ਹੁੰਦਾ ਹੈ। ਨਹੀਂ ਤਾਂ ਮਤਸਰੀ ਕਰਮਾਂ ਦੇ ਕਰਨ ਕਰ 84 ਦੇ ਗੇੜ ਵਿੱਚ ਕੋਲੂ ਦੇ ਬਲਦ ਵਾਂਗੂ ਭੌਂਦਾ ਫਿਰਦਾ ਰਹਿੰਦਾ ਹੈ।